ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਮਨਵੀਰ ਸਿੰਘ। ਵੈਲਕਮ ਟੂ ਕਲੀਨਿਕਲ ਆਯੁਰਵੇਦਾ ਚੈਨਲ। ਅੱਜ ਆਪਾਂ ਗੱਲ ਕਰਾਂਗੇ ਹੈਡੇਕ ਦੀ, ਸਿਰ ਦਰਦ ਦੀ। ਤੁਸੀਂ ਸਾਰਿਆਂ ਨੇ ਮੋਸਟਲੀ ਲਾਈਫ ਦੇ ਵਿੱਚ ਕਦੇ ਨਾ ਕਦੇ ਹੈਡੇਕ ਐਕਸਪੀਰੀਅੰਸ ਕੀਤਾ ਹੋਗਾ। ਕਈ ਤਾਂ ਇਹ ਹੈਡੇਕ ਇਹਨਾਂ ਦੀ ਵੱਡੀ ਸਭ ਤੋਂ ਪਰੇਸ਼ਾਨੀ ਬਣ ਚੁੱਕੀ ਹੈ। ਹੈਡੇਕ ਕੀ ਹੁੰਦਾ ਹੈ, ਕਾਰਨ ਕੀ ਹੈ? ਬੇਸਿਕਲੀ ਅੱਜ ਆਪਾਂ ਸਪੈਸ਼ਲੀ ਗੱਲ ਕਰਾਂਗੇ ਮਾਈਗ੍ਰੇਨ ਹੈਡੇਕ। ਮਾਈਗ੍ਰੇਨ ਹੈਡੇਕ ਡਾਕਟਰ ਨੇ ਤੁਹਾਨੂੰ ਕਿਹਾ ਮਾਈਗ੍ਰੇਨ ਹੈ। ਤੁਸੀਂ ਬਹੁਤ ਸਾਰੇ YouTube 'ਤੇ ਵੀ ਵੀਡੀਓ ਦੇਖੀ, ਘਰੇਲੂ ਨੁਸਖੇ ਦੇਖੇ, ਸਭ ਕੁਝ ਕਰਕੇ ਦੇਖ ਲਿਆ, ਪਰ ਮੋਸਟਲੀ ਜਿਹੜੇ ਆ ਫੇਲ ਹੀ ਹੋਏ, ਜ਼ਿਆਦਾ ਉਹਨੂੰ ਫਰਕ ਨਹੀਂ ਪਿਆ। ਅੱਜ ਆਪਾਂ ਸਭ ਕੁਝ ਮਾਈਗ੍ਰੇਨ ਕਿਉਂ ਹੁੰਦਾ ਹੈ, ਕਿਸ ਤਰ੍ਹਾਂ ਹੁੰਦਾ ਹੈ, ਕਾਰਨ ਕੀ ਹੈ, ਉਸ ਤੋਂ ਬਚਾ ਕੀ ਹੈ, ਅਤੇ ਕਲੀਨਿਕਲ आयुर्वेदिक ट्रीटमेंट। 95% हेडेक एंड माइग्रेन आर टोटली सेफ। तो फिर सवाल ये उठता है कि इतना दर्द क्यों होता है, माइग्रेन में भी क्यों होता है? बेसिकली जो है माइंड में, अपने ब्रेन में कोई भी पेन रिसेप्टर नहीं है। तो ब्रेन को कोई काट भी रहा होगा, कुछ भी कर रहा है, डैमेज भी कर रहा होगा, तो उसमें पेन नहीं होता क्योंकि उसके खुद के वो पेन रिसेप्टर ही नहीं है। ਫਿਰ ਇਹ ਜੋ ਸਵਾਲ ਆਉਂਦਾ ਹੈ ਕਿ ਮਾਈਗ੍ਰੇਨ ਦੇ ਵਿੱਚ ਇੰਨਾ ਸਵੀਅਰ ਪੇਨ ਕਿਉਂ ਹੁੰਦਾ, ਉਹ ਕਿਸ ਤਰ੍ਹਾਂ? ਬ੍ਰੇਨ ਦੇ ਵਿੱਚ ਪੇਨ ਸਿਰਫ ਉਸ ਟਾਈਮ 'ਤੇ ਹੁੰਦਾ ਜਿਸ ਟਾਈਮ 'ਤੇ ਬ੍ਰੇਨ ਦਾ ਅੰਦਰਲਾ ਪ੍ਰੈਸ਼ਰ ਵੱਧ ਰਿਹਾ ਹੁੰਦਾ। ਉਸ ਦੇ ਆਲੇ ਦੁਆਲੇ ਜੋ ਸਟਰਕਚਰ ਆ, ਨਸੇ ਹੈ, ਉਹਨਾਂ ਦੇ ਵਿੱਚ ਕੋਈ ਨਾ ਕੋਈ ਡਿਫੋਰਮਿਟੀ ਆ ਰਹੀ ਹੁੰਦੀ ਹੈ। ਮਾਈਗ੍ਰੇਨ ਦੇ ਵਿੱਚ ਸਾਰੇ ਟੈਸਟ ਆਪਣੇ ਨੋਰਮਲ ਆਉਂਦੇ ਆ। ਜਦੋਂ ਸਾਰੇ ਟੈਸਟ ਨੋਰਮਲ ਆ ਰਹੇ ਆ, ਇਟ ਮੀਨਸ ਕੋਈ ਪ੍ਰੋਬਲਮ ਨਹੀਂ ਹੈ, ਸਿਰਫ ਮਾਈਗ੍ਰੇਨ ਹੈਡੇਕ ਹੈ। ਮਾਈਗ੍ਰੇਨ ਦੇ ਵਿੱਚ ਤੁਹਾਡੇ ਸਾਰੇ ਟੈਸਟ ਨੋਰਮਲ ਆਉਣ ਦਾ ਕਾਰਨ ਇਹੀ ਹੈ ਕਿਉਂਕਿ ਨਾ ਤਾਂ ਉਹਦੇ ਵਿੱਚ ਕੋਈ ਬ੍ਰੇਨ ਟਿਊਮਰ ਹੈ, ਨਾ ਕੋਈ ਆਪਣਾ ਸਟਰੋਕ ਹੈ, ਨਾ ਕੋਈ ਬ੍ਰੇਨ ਦੇ ਵਿੱਚ ਹੋਰ ਕੋਈ ਪੈਥੋਲੋਜੀ ਚੱਲ ਰਹੀ ਹੈ। ਇਸ ਲਈ ਆਪਾਂ ਨੂੰ ਇੰਨੀ ਦਰਦ ਹੋ ਰਹੀ ਹੈ, ਉਹਦੇ ਕਰਕੇ ਲੱਗ ਰਿਹਾ ਕੁਝ ਡੈਮੇਜ ਹੋ ਰਿਹਾ, ਬਟ ਐਕਚੁਅਲ ਦੇ ਵਿੱਚ ਮਾਈਗ੍ਰੇਨ ਦੇ ਵਿੱਚ ਡੈਮੇਜ ਨਹੀਂ ਹੋ ਰਿਹਾ। ਫਿਰ ਮਾਈਗ੍ਰੇਨ ਦੀ ਇੰਨੀ ਪੇਨ ਕਿਉਂ ਹੋ ਰਹੀ ਹੈ? ਜਸਟ ਆਪਾਂ ਇਹਨੂੰ ਕਹਿ ਸਕਦੇ ਹਾਂ ਕਿ ਓਵਰ ਐਕਟਿਵ ਬ੍ਰੇਨ ਮੀਨਸ ਕਿ ਆਪਣੇ ਬ੍ਰੇਨ ਦੇ ਵਿੱਚ ਜੋ ਇਲੈਕਟ੍ਰੀਕਲ ਐਕਟੀਵਿਟੀ ਚੱਲ ਰਹੀ ਹੈ, ਇਲੈਕਟ੍ਰੀਕਲ ਐਕਟੀਵਿਟੀ ਦਾ ਇੰਬੈਲੈਂਸ ਹੋਣਾ। ਜਦੋਂ ਇਲੈਕਟ੍ਰੀਕਲ ਐਕਟੀਵਿਟੀ ਆਪਣੀ ਇੰਬੈਲੈਂਸ ਹੋ ਜਾਂਦੀ ਹੈ ਥੋੜ੍ਹੇ ਜਿਹੇ ਟ੍ਰਿਗਰ 'ਤੇ ਵੀ, ਕਿਉਂਕਿ ਬ੍ਰੇਨ ਦੇ ਵਿੱਚ ਆਪਣੇ ਨਿਊਰਨਸ ਨੇ, ਮਿਲੀਅਨ ਟ੍ਰਿਲੀਅਨ ਨਿਊਰਨਸ ਨੇ, ਅਤੇ ਜੋ ਇਲੈਕਟ੍ਰੀਕਲ ਐਕਟੀਵਿਟੀ ਥਰੂ ਕੰਮ ਕਰਦੇ ਨੇ, ਜੋ ਇਲੈਕਟ੍ਰੀਕਲ ਇੰਪਲਸ ਆਉਂਦੀ ਹੈ, ਜਨਰੇਟ ਹੁੰਦੀ, ਉਹਦੇ ਥਰੂ ਕੰਮ ਕਰਦੇ ਨੇ। ਜਦੋਂ ਇਲੈਕਟ੍ਰੀਕਲ ਐਕਟੀਵਿਟੀ 'ਚ ਇੰਬੈਲੈਂਸ ਹੋ ਗਿਆ ਤਾਂ ਦੈਨ ਮਾਈਗ੍ਰੇਨ ਦੇ ਵਿੱਚ ਸਵੀਅਰ ਪੇਨ ਸਟਾਰਟ ਹੋਣ ਲੱਗ ਪੈਣੇ, ਜੋ ਕਿ ਆਪਣੇ ਡੇਲੀ ਦੇ ਕੰਮ ਨੂੰ ਵੀ ਬਿਲਕੁਲ ਇਫੈਕਟ ਕਰਕੇ ਰੱਖਦੇ। ਕੋਈ ਵੀ ਕੰਮ ਕਰਦੇ ਹਾਂ ਜ਼ਿਆਦਾ ਸੋਚਦੇ ਰਹਿੰਦੇ ਹਾਂ, ਕੰਮ ਕੋਈ ਥੋੜ੍ਹੇ ਕਰਦੇ ਬਟ ਸੋਚਣਾ ਉਹਨੂੰ ਜ਼ਿਆਦਾ। ਜਦੋਂ ਇੱਕ ਵਾਰ ਇਲੈਕਟ੍ਰੀਕਲ ਇੰਬੈਲੈਂਸ ਹੋ ਗਿਆ, ਉਹ ਸਪਾਰਕਿੰਗਲੀ ਪੂਰੇ ਬ੍ਰੇਨ ਦੇ ਵਿੱਚ ਫੈਲ ਜਾਏਗਾ। ਜਿਸ ਟਾਈਮ 'ਤੇ ਇਲੈਕਟ੍ਰੀਕਲ ਇੰਬੈਲੈਂਸ ਹੋ ਗਿਆ ਤਾਂ ਫਿਰ ਉਹ ਟੈਂਪਰੇਰਲੀ ਆਪਣੇ ਬ੍ਰੇਨ ਦੇ ਵਿੱਚ ਚੇਂਜ ਕਰ ਦੇਗਾ, ਜਿਹਦੇ ਕਰਕੇ ਟੈਂਪਰੇਰਲੀ ਹੈਡੇਕ ਹੋਣ ਲੱਗ ਪੈਂਦਾ ਹੈ, ਜਿਹਦੇ ਕਰਕੇ ਟੈਂਪਰੇਰਲੀ ਲਾਈਟ ਤੋਂ, ਸਾਊਂਡ ਤੋਂ, ਆਪਣਾ ਆ ਗਿਆ ਕਿਸੇ ਵੀ ਥੋੜ੍ਹੀ ਜਿਹੀ ਹਲਕੀ ਜਿਹੀ ਸਾਊਂਡ ਤੋਂ ਜਾਂ ਖਾਣਾ ਮਿਸ ਹੋਣ ਤੋਂ ਜਿਹੜੀ ਸੈਂਸਿਟੀਵਿਟੀ ਵੱਧ ਜਾਂਦੀ ਹੈ, ਜਿਹਦੇ ਕਰਕੇ ਤੁਹਾਨੂੰ ਟੈਂਪਰੇਰਲੀ ਹੈਡੇਕ ਹੋਣ ਲੱਗ ਪੈਂਦਾ। ਹਰ ਹੈਡੇਕ ਮਾਈਗ੍ਰੇਨ ਨਹੀਂ ਹੁੰਦਾ ਹੈਗਾ। ਮਾਈਗ੍ਰੇਨ ਹੈਡੇਕ ਤਾਂ ਹੀ ਮੰਨਾਂਗੇ ਜੇ ਕੋਈ ਵੀ ਹੈਡੇਕ ਹੈ ਘੱਟ ਤੋਂ ਘੱਟ 5 ਵਾਰ ਉਹਦਾ ਅਟੈਕ ਆਇਆ ਹੋਵੇ, 4 ਘੰਟੇ ਤੋਂ ਲੈ ਕੇ 72 ਘੰਟੇ ਤੱਕ ਉਹ ਕੰਟੀਨਿਊਸ ਸਿਰ ਦਰਦ ਹੈਡੇਕ ਉਸ ਬੰਦੇ ਕਰੇ, ਤਾਂ ਹੀ ਉਸ ਨੂੰ ਆਪਾਂ ਮਾਈਗ੍ਰੇਨ ਹੈਡੇਕ ਕਰਾਂਗੇ। ਪਲੱਸ ਨਾਲ ਸਾਰੀ ਰਿਪੋਰਟ ਨੋਰਮਲ ਹੋਵੇ। ਪਲੱਸ ਮਾਈਗ੍ਰੇਨ ਹੋਣ ਦੇ ਨਾਲ 4 ਕ੍ਰਾਈਟੇਰੀਆ ਫੁੱਲ ਹੋਣੇ ਚਾਹੀਦੇ। ਜਾਂ ਤਾਂ ਉਹ ਤੁਹਾਡੇ ਯੂਨੀਲੇਟਰਲ ਹੁੰਦਾ ਹੋਵੇ, ਜਾਂ ਪਲਸਲਟਾਈਲ ਹੈਡੇਕ ਹੁੰਦਾ ਹੋਵੇ, ਜਾਂ ਫਿਰ ਹੈਡੇਕ ਜਿਹੜੇ ਬਹੁਤ ਹੀ ਜ਼ਿਆਦਾ ਸਵੀਅਰ ਰੈਗੂਲਰ ਹੁੰਦਾ ਹੋਵੇ, ਜਾਂ ਫਿਰ ਤੁਹਾਡੀ ਜਿਹੜੀ ਰੋਜ਼ ਦੀ ਐਕਟੀਵਿਟੀ ਹੈ, ਡੇਲੀ ਦੀ ਐਕਟੀਵਿਟੀ ਆ, ਉਹਦੇ ਨਾਲ ਰੋਜ਼ ਵੱਧਦਾ ਹੋਵੇ ਅਤੇ ਕੰਟੀਨਿਊਸ ਹੁੰਦਾ ਹੈ। ਇਸ ਦੇ ਨਾਲ ਹੀ 2 ਹੋਰ ਕ੍ਰਾਈਟੇਰੀਆ ਫੁੱਲਫਿਲ ਹੋਣੇ ਚਾਹੀਦੇ ਨੇ। ਜਾਂ ਤਾਂ ਬੰਦੇ ਨੂੰ ਨੋਜ਼ੀਆ, ਵੋਮਟਿੰਗ ਫੀਲ ਹੁੰਦਾ ਹੋਵੇ, ਜਾਂ ਫਿਰ ਫੋਟੋਫੋਬੀਆ, ਫੋਨੋਫੋਬੀਆ, ਸਾਊਂਡ ਤੋਂ ਸੈਂਸਿਟੀਵਿਟੀ ਅਤੇ ਲਾਈਟ ਤੋਂ ਸੈਂਸਿਟੀਵਿਟੀ। ਦੈਨ ਇਹਨਾਂ ਗੱਲਾਂ ਤੋਂ ਬਾਅਦ ਇਸ ਤੋਂ ਬਿਨਾਂ ਕੋਈ ਹੋਰ ਕਾਰਨ ਨਾ ਹੋਵੇ, ਰਿਪੋਰਟ ਕੋਈ ਵੀ ਸਾਰੀਆਂ ਨੋਰਮਲ ਹੋਣ, ਤਾਂ ਹੀ ਆਪਾਂ ਉਹਨੂੰ ਕੰਸੀਡਰ ਕਰਾਂਗੇ। ਜਦੋਂ ਕੋਈ ਕਾਰਨ ਲੱਭਦਾ, ਹਾਂ ਇਸ ਨੂੰ ਮਾਈਗ੍ਰੇਨ ਹੈਡੇਕ। ਇਸ ਹੈਡੇਕ ਨੂੰ ਬੇਸਿਕਲੀ ਸਟਾਰਟ ਕਰਨ ਦੇ ਲਈ ਕਈ ਟ੍ਰਿਗਰ ਹੁੰਦੇ ਨੇ। ਉਹ ਟ੍ਰਿਗਰ ਕੋਈ ਵੀ ਹੋ ਸਕਦੇ ਨੇ, ਖਾਣਾ ਨਾ ਟਾਈਮ 'ਤੇ ਖਾਧਾ, ਕੋਈ ਵੀ ਕੌਫੀ, ਚਾਏ, ਕੰਮ ਕਰਦੇ ਟਾਈਮ ਬਾਹਰ ਗਏ, ਕਿਸੇ ਨੂੰ ਵੀ ਹਰ ਅਲੱਗ-ਅਲੱਗ ਤਰ੍ਹਾਂ ਦੇ ਟ੍ਰਿਗਰ ਹੁੰਦੇ। ਉਹਨਾਂ ਟ੍ਰਿਗਰਾਂ ਬਾਰੇ ਥੋੜ੍ਹਾ ਧਿਆਨ ਦੇਣਾ ਚਾਹੀਦਾ ਵੀ ਕਿਸ ਟ੍ਰਿਗਰ ਤੋਂ ਹੋ ਰਿਹਾ, ਉਹਨਾਂ ਚੀਜ਼ਾਂ ਨੂੰ ਅਵੋਇਡ ਕਰਨਾ। ਟ੍ਰਿਗਰ ਨੇ ਜਾ ਕੇ ਸਟੀਮੂਲੇਟ ਕੀਤਾ ਬ੍ਰੇਨ ਨੂੰ, ਬ੍ਰੇਨ ਦੇ ਵਿੱਚ ਇਲੈਕਟ੍ਰੀਕਲ ਇੰਪਲਸ ਉੱਠੀ, ਇੰਪਲਸ ਇੰਪੇਅਰਮੈਂਟ ਹੋਣ ਦੇ ਨਾਲ ਹੈਡੇਕ ਸਟਾਰਟ ਹੋਇਆ। ਅਤੇ ਹੈਡੇਕ ਜੋ ਮਾਈਗ੍ਰੇਨ ਹੈਡੇਕ ਸਟਾਰਟ ਹੋ ਕੇ ਇਹਦੀਆਂ ਵੀ ਬ੍ਰੇਨ ਦੇ ਵਿੱਚ ਕੀ ਹੁੰਦਾ, ਕਿਸ ਤਰ੍ਹਾਂ ਇਹ ਸਿਮਿਲਟੇਟ ਹੋ ਜਾਂਦਾ ਹੈ, ਇਹਦੀਆਂ 3 ਸਟੇਜਾਂ ਹੁੰਦੀਆਂ ਮੇਨਲੀ। ਫਸਟ ਸਟੇਜ ਪ੍ਰੀਡਰੋਮ, ਸੈਕਿੰਡ ਓਰਾ, ਥਰਡ ਪੋਸਟਰੋਮ। ਪ੍ਰੋਡਰੋਮ ਦਾ ਮਤਲਬ ਕਿ ਬ੍ਰੇਨ ਦੇ ਵਿੱਚ ਇਲੈਕਟ੍ਰੀਕਲ ਇੰਬੈਲੈਂਸ ਹੋਇਆ, ਉਹ ਥੋੜ੍ਹੇ ਜਿਹੇ ਨਿਊਰਨ ਦੇ ਵਿੱਚ ਹੋਇਆ। ਇਸ ਦੇ ਦੌਰਾਨ ਤੁਹਾਨੂੰ ਆਵਾਸੀਆਂ ਆ ਸਕਦੀਆਂ ਨੇ, ਥਕਾਵਟ ਹੋ ਸਕਦੀ ਹੈ, ਮੂਡ ਚੇਂਜਸ ਹੋ ਸਕਦੇ ਨੇ, ਫੂਡ ਕ੍ਰੇਵਿੰਗ ਹੋ ਸਕਦੀ ਹੈ। ਫੇਸ ਜੋ ਚੱਲ ਰਿਹਾ ਉਸ ਤੋਂ ਬਾਅਦ ਪਤਾ ਲੱਗ ਜਾਂਦਾ ਵੀ ਹਾਂ ਮਾਈਗ੍ਰੇਨ ਆਉਣ ਵਾਲਾ। ਉਸ ਤੋਂ ਬਾਅਦ ਸੈਕਿੰਡ ਜੋ ਆਉਂਦਾ ਹੈ ਔਰਾ।
ਔਰਾ ਇਹ ਜਨਰਲੀ ਹਰ ਇੱਕ ਬੰਦੇ 'ਚ ਨਹੀਂ ਆਉਂਦਾ। ਇਹ ਬੰਦਾ ਕੋਈ ਲਾ ਲਓ 30 ਦੇ ਵਿੱਚੋਂ 6 ਬੰਦਿਆਂ ਨੂੰ ਆਉਂਦਾ ਹੈ, ਬਟ ਇਹ ਟੈਂਪਰੇਰਲੀ ਔਰਾ ਹੁੰਦਾ ਹੈ, ਬਟ ਇਹ ਲੱਗਦਾ ਬਹੁਤ ਖਤਰਨਾਕ ਹੈ, ਬਟ ਐਕਚੁਅਲ 'ਚ ਡੇਂਜਰਸ ਨਹੀਂ ਹੁੰਦਾ। ਬੇਸਿਕਲੀ ਇਹਦੇ ਵਿੱਚ ਕੀ ਹੁੰਦਾ ਵਾ, ਅੱਖਾਂ ਸਾਹਮਣੇ ਕਦੇ ਹਨੇਰਾ ਆ ਜਾਣਾ, ਕਦੇ ਕੁਝ ਦਿਸਣ ਲੱਗ ਜਾਣਾ, ਕੁਝ ਇੱਦਾਂ ਦੀਆਂ ਚੀਜ਼ਾਂ ਜੋ ਤੁਸੀਂ ਸਮਝਾ ਨਾ ਪਾਓ, ਕਦੇ ਟਿੰਕਲਿੰਗ ਲੱਗ ਜਾਣੀ, ਕਦੇ ਕੀ ਲੱਗ ਜਾਣਾ, ਨੰਬਰਨੈਸ ਲੱਗਣ ਲੱਗ ਜਾਣੀ, ਜਾਂ ਸਾਡਾ ਇੱਕ ਪਾਸਾ ਖੜ ਗਿਆ ਹੋਇਆ ਹੈ, ਜਾਂ ਕੁਝ ਮੂੰਹ ਦੇ ਵਿੱਚੋਂ ਆਵਾਜ਼ ਬੋਲਦੇ ਆ, ਆਵਾਜ਼ ਹੋਰ ਤਰ੍ਹਾਂ ਨਿਕਲਦੀ ਹੈ, ਉਹਨੂੰ ਔਰਾ ਤੋਂ ਬਾਅਦ ਹੁਣ ਜਿਹੜਾ ਆਏਗਾ ਆਪਣਾ ਬੇਸਿਕਲੀ ਮਾਈਗ੍ਰੇਨ ਸਟਾਰਟ। ਔਰਾ ਤੋਂ ਹੁਣ 15 ਮਿੰਟ ਬਾਅਦ ਜਾਂ ਫਿਰ 20 ਮਿੰਟ ਜਾਂ ਅੱਧੇ ਘੰਟੇ ਜਾਂ ਕਈ ਵਾਰ 24 ਘੰਟੇ ਬਾਅਦ ਵੀ ਹੁਣ ਆਏਗਾ ਹੈਡੇਕ। ਹੈਡੇਕ ਜਦੋਂ ਹੋ ਗਿਆ ਮਤਲਬ ਕਿ ਬ੍ਰੇਨ ਦੇ ਵਿੱਚ ਇਲੈਕਟ੍ਰੀਕਲ ਇੰਬੈਲੈਂਸ ਪੂਰੀ ਤਰ੍ਹਾਂ ਫੈਲ ਚੁੱਕਾ ਹੈ, ਜਿਸ ਦੇ ਕਰਕੇ ਸਵੀਅਰ ਹੈਡੇਕ ਸਟਾਰਟ ਹੋ ਗਿਆ। ਇਹ ਹੈਡੇਕ ਤੁਹਾਡੇ 4 ਘੰਟੇ ਤੋਂ ਲੈ ਕੇ 72 ਘੰਟੇ ਤੱਕ ਰਹਿ ਸਕਦਾ ਜਾਂ ਲੰਬਾ ਵੀ ਚੱਲ ਸਕਦਾ ਹੈ। ਇਹ ਤੁਹਾਨੂੰ ਪਰੇਸ਼ਾਨ ਕਰਕੇ ਰੱਖਦਾ। ਜੇ 4 ਤੋਂ 72 ਘੰਟੇ ਤੋਂ ਬਾਅਦ ਹੈਡੇਕ ਜਾ ਰਿਹਾ ਹੈ ਤਾਂ ਉਹਨੂੰ ਆਪਾਂ ਕਹਿ ਦਿੰਦੇ ਹਾਂ ਸਟੇਟਸ ਮਾਈਗਰੇਨੋਸਿਸ। ਸਟੇਟਸ ਮਾਈਗਰੇਨੋਸਿਸ ਇਸ ਕੰਡੀਸ਼ਨ ਨੂੰ ਕਹਿ ਦਿੱਤਾ ਜਾਂਦਾ ਹੈ। ਮਾਈਗ੍ਰੇਨ ਦੇ ਵਿੱਚ ਹੁਣ ਪੇਨ ਹੋ ਰਹੀ ਹੈ, ਇਹਨੂੰ ਰੋਕਣਾ ਬਹੁਤ ਜ਼ਰੂਰੀ ਹੈ। ਇਹਦੇ ਲਈ ਤੁਸੀਂ ਰੈਸਟ ਕਰ ਲਓ, ਉਸ ਟਾਈਮ ਹੋ ਸਕਦਾ ਹੈ ਰੁਕ ਜੇ, ਜਾਂ ਫਿਰ ਆਪਣਾ ਹਨੇਰੇ ਕਮਰੇ 'ਚ ਬੰਦ ਹੋ ਕੇ ਪੈ ਜਾਓ, ਹੋ ਸਕਦਾ ਹੈ ਰੁਕ ਜੇ। ਕੁਝ ਖਾ ਲਓ, ਹੋ ਸਕਦਾ ਹੈ ਰੁਕ ਜੇ। ਪਾਣੀ ਪੀ ਲਓ, ਹੋ ਸਕਦਾ ਹੈ ਰੁਕ ਜੇ। ਬਟ ਜੇ ਨਹੀਂ ਰੁਕਦਾ ਦੈਨ ਇਹਦੇ ਲਈ ਆਪਾਂ ਮੈਡੀਸਨ ਯੂਜ਼ ਕਰਦੇ ਹਾਂ, ਮੇਨਲੀ ਨੋ ਸਟੀਰੋਇਡ ਐਂਟੀ ਇਨਫਲਾਮੇਟਰੀ ਡਰੱਗਸ। ਉਹ ਸਿੰਪਲ ਮੈਡੀਸਨ ਲਾਈਕ ਬਰੂਫੈਨ ਹੋ ਗਈ ਆ, ਕੋਂਬੀਫਲੇਮ ਹੋ ਗਈ ਆ, PCM ਹੋ ਗਈ ਆ। ਹਾਂ, ਜੇ ਫਿਰ ਵੀ ਇਹ ਉਹਨਾਂ ਦੇ ਲੈਣ ਦੇ ਬਾਵਜੂਦ ਵੀ ਨਹੀਂ ਰੁਕ ਰਿਹਾ ਤਾਂ ਦੈਨ ਤੁਹਾਡੇ ਡਾਕਟਰਸ ਤੁਹਾਨੂੰ ਪ੍ਰੈਸਕ੍ਰਾਈਬ ਕਰਦੇ ਜੋ ਮੈਡੀਸਨ ਹੁੰਦੀ ਹੈ ਟ੍ਰਿਪਟਾਨਸ ਮੈਡੀਸਨ ਦਿੰਦੇ ਨੇ, ਜੋ ਕਿ ਮਾਈਗ੍ਰੇਨ ਦੇ ਅਟੈਕਾਂ ਨੂੰ ਪ੍ਰੀਵੈਂਟ ਕਰਦੀ ਹੈ। ਇਹ ਜੇ ਟ੍ਰਿਪਟਾਨਸ ਹੁੰਦੇ ਨੇ 1 ਮੰਥ ਦੇ ਵਿੱਚ 10 ਦਿਨ ਤੋਂ ਜ਼ਿਆਦਾ ਲੈਣੇ ਨਹੀਂ ਹੁੰਦੇ। ਜੇ ਤੁਸੀਂ ਇਹਨੂੰ 1 ਮੰਥ 10 ਦਿਨ ਤੋਂ ਜ਼ਿਆਦਾ ਲਓਗੇ ਤਾਂ ਇਹ ਤੁਹਾਡੇ ਜੋ ਮਾਈਗ੍ਰੇਨ ਦੇ ਅਟੈਕ ਦੁਬਾਰਾ ਹੋਰ ਜ਼ਿਆਦਾ ਸਪੀਡ ਦੇ ਨਾਲ ਆਉਣ ਲੱਗ ਜਾਂਦਾ। ਇਹ ਸਭ ਮੈਡੀਸਨਾਂ ਹੁਣ ਤੁਸੀਂ ਯੂਜ਼ ਕਰ ਲਈਆਂ, ਇਹਨਾਂ ਨਾਲ ਮੰਨ ਲਓ ਤੁਹਾਡਾ ਦਰਦ ਹਟ ਗਿਆ। ਫਿਰ ਇਸ ਤੋਂ ਬਾਅਦ ਆਉਂਦਾ ਹੈ ਪੋਸਟਡਰਮ ਫੇਸ ਵਿੱਚ ਫਿਰ ਥੋੜੀ ਤੁਹਾਨੂੰ ਨੰਬਰਨੈਸ ਰਹੇਗੀ, ਥਿੰਕਿੰਗ ਪ੍ਰੋਬਲਮ ਰਹੇਗੀ। ਉਸ ਤੋਂ ਬਾਅਦ ਪੋਸਟਡਰਮ ਫੇਸ ਖਤਮ ਹੋ ਜਾਂਦਾ ਹੈ, ਤੁਹਾਡਾ ਮਾਈਂਡ ਪਹਿਲਾਂ ਦੀ ਤਰ੍ਹਾਂ ਬਿਲਕੁਲ ਰਿਲੈਕਸ, ਇਲੈਕਟ੍ਰੀਕਲ ਜਿਹੜੀ ਇੰਪੇਅਰਮੈਂਟ ਹੋਈ ਸੀ ਬਿਲਕੁਲ ਠੀਕ ਹੋ ਜਾਏਗੀ। ਤੁਸੀਂ ਫਿਰ ਪਹਿਲਾਂ ਦੀ ਤਰ੍ਹਾਂ ਬਿਲਕੁਲ ਨੋਰਮਲ ਹੋ ਜਾਏਗਾ, ਦਰਦ ਸ਼ਾਂਤ ਹੋ ਜਾਏਗਾ, ਜੋ ਡੈਮੇਜ ਆ ਉਹ ਟੈਂਪਰੇਰੀ ਸੀ ਉਹ ਚਲਾ ਗਿਆ। ਹੁਣ ਤੁਸੀਂ ਬਿਲਕੁਲ ਠੀਕ ਹੋ ਗਏ ਹੋ। ਬਟ ਹਾਂ, ਫਿਰ ਜੇ ਦੁਬਾਰਾ ਕੋਈ ਟ੍ਰਿਗਰ ਆਏਗਾ, ਕਿਉਂਕਿ ਬ੍ਰੇਨ ਜਿਹੜਾ ਓਵਰ ਸੈਂਸਿਟਿਵ ਹੋ ਗਿਆ, ਫਿਰ ਉਹ ਦੁਬਾਰਾ ਤੋਂ ਫਿਰ ਸੇਮ ਰਿਪੀਟ ਹੋ। ਸੋ ਇਹਨਾਂ ਟ੍ਰਿਗਰਾਂ ਤੋਂ ਬ੍ਰੇਨ ਨੂੰ ਪ੍ਰੀਵੈਂਟ ਕਰਨ ਲਈ ਕਈ ਵਾਰ ਫਿਰ ਬੀਟਾ ਬਲੋਕਰ ਵੀ ਯੂਜ਼ ਕੀਤੇ ਜਾਂਦੇ, ਐਂਟੀ ਡਿਪਰੈਸੈਂਟ ਵੀ ਯੂਜ਼ ਕੀਤੇ ਜਾਂਦੇ ਆ। ਇੱਕ ਮਿਨਰਲ ਦੇ ਵਿੱਚ ਲਾ ਲਓ ਮੈਗਨੀਸ਼ੀਅਮ ਵੀ ਯੂਜ਼ ਹੁੰਦਾ, ਵੀ ਕੰਪਲੈਕਸ ਵੀ ਯੂਜ਼ ਹੁੰਦਾ ਹੈ, ਅਤੇ ਇੱਕ ਹਰਬ ਹੈ ਫੀਵਰ ਹਰਬ, ਉਹਦਾ ਵੀ ਯੂਜ਼ ਕੀਤਾ ਜਾਂਦਾ। ਹੁਣ ਬੇਸਿਕਲੀ ਆਪਾਂ ਨੇ ਇਹਦੇ ਆਯੁਰਵੈਦਿਕ ਵਿਊ ਦੇ ਉੱਤੇ, ਆਯੁਰਵੈਦਿਕ ਵਿੱਚ ਇਹਨੂੰ ਸਿਰਸ਼ੂਲ ਕਹਿ ਦਿੱਤਾ ਜਾਂਦਾ ਹੈ। ਆਯੁਰਵੇਦ ਵਿੱਚ 3 ਦੋਸ਼ ਨੇ, ਵਾਤ ਪਿੱਤ ਕਫ। ਵਾਤ ਜਿਹੜਾ ਆਪਣੇ ਇਹਨੂੰ ਕੰਸੀਡਰ ਕੀਤਾ ਜਾਂਦਾ ਹੈ, ਵਾਤ ਸਿਰਸ਼ੂਲ ਨੂੰ ਅਕੋਰਡਿੰਗ ਟੂ ਮਾਡਰਨ ਟੈਂਸ਼ਨ ਹੈਡੇਕ, ਪਿੱਤ ਸਿਰਸ਼ੂਲ ਨੂੰ ਮਾਈਗ੍ਰੇਨ ਹੈਡੇਕ, ਐਂਡ ਕਫ ਸਿਰਸ਼ੂਲ ਨੂੰ ਕੀਤਾ ਜਾਂਦਾ ਸਾਈਨੋਸਾਈਟਸ ਹੈਡੇਕ। ਮੇਨਲੀ ਹੁਣ ਆਪਣਾ ਇਹ ਪਿੱਤ ਦੋਸ਼ ਦੇ ਕਰਕੇ ਮੇਨਲੀ ਦੋਸ਼ ਕਦੇ ਵੀ ਜੋ ਇੱਕ ਸਿੰਗਲ ਦੋਸ਼ ਦੇ ਕਰਕੇ ਵਿਕ੍ਰਿਤੀ ਨਹੀਂ ਹੁੰਦੀ। ਜੋ ਸਿਰ ਹੈ ਆਪਣਾ ਕਫ ਦਾ ਸਥਾਨ ਹੈ, ਸੋ ਆਪਾਂ ਹੁਣ ਇਹਨੂੰ ਕੰਸੀਡਰ ਕਰਾਂਗੇ ਵਾਤ ਪਿੱਤ ਦੁਸ਼ਟੀ ਇਨ ਕਫ ਸਥਾਨ, ਵਾਤ ਪਿੱਤ ਦੁਸ਼ਟੀ ਇਨ ਮਾਈਗ੍ਰੇਨ, ਵਾਤ ਪਿੱਤ ਦੁਸ਼ਟੀ ਇਨ ਕਫ ਸਥਾਨ। ਸੋ ਆਪਾਂ ਨੂੰ ਜੋ ਟ੍ਰੀਟਮੈਂਟ ਆਫ ਲਾਈਨ ਯੂਜ਼ ਕਰਨੀ ਪਏਗੀ ਇਹਦੇ ਲਈ, ਜਿਹੜੀ ਵਾਤ ਪਿੱਤ ਸ਼ਾਮਕ ਅਤੇ ਕਫ ਨੂੰ ਜੋ ਬੈਲੈਂਸ ਕਰੇ। ਮੇਨਲੀ ਆਪਾਂ ਜੋ ਯੂਜ਼ ਕਰਾਂਗੇ ਤਿਕਤ ਰਸ ਔਸ਼ਧੀਆਂ, ਪਿੱਤ ਸ਼ਾਮਕ ਔਰ ਬਾਥਰ ਔਸ਼ਧੀਆਂ ਦਾ ਮੇਨਲੀ ਯੂਜ਼ ਕਰਾਂਗੇ। ਲਾਈਕ ਜਿਸ ਤਰ੍ਹਾਂ ਆਪਾਂ ਪਿੱਤਕ ਜਵਰ ਦੀ ਚਿਕਿਤਸਾ ਕਰਦੇ ਹਾਂ, ਉਸੇ ਤਰ੍ਹਾਂ ਹੀ ਇਹਦੇ ਮਾਈਗ੍ਰੇਨ ਦੀ ਆਪਾਂ ਚਿਕਿਤਸਾ। ਬੇਸਿਕਲੀ ਹੁਣ ਆਪਾਂ ਆਉਣੇ ਆ ਇਹਦੇ ਉੱਤੇ ਕਸ਼ਾਇਮ ਤੇ। ਆਯੁਰਵੇਦ ਦੇ ਵਿੱਚ ਆਪਾਂ ਕਸ਼ਾਇਮ ਕਿਹੜੇ ਯੂਜ਼ ਕਰ ਸਕਦੇ ਹਾਂ। ਬੇਸਿਕਲੀ ਆਪਾਂ ਵਾਤ ਪਿੱਥਰ ਕਸ਼ਾਇਮ ਤੇ ਕਫ ਨੂੰ ਬੈਲੈਂਸ ਕਰਨ ਵਾਲੇ ਕਸ਼ਾਇਮ ਯੂਜ਼ ਕਰਨੇ ਆ। ਬੇਸਿਕਲੀ ਆਪਾਂ ਇਹਦੇ ਵਿੱਚ ਜੋ ਹੈ ਪਥਿਆਕਸ਼ਾ ਦਾਤਰੇ ਆਦਿ ਕਸ਼ਾਇਮ ਯੂਜ਼ ਕਰ ਸਕਦੇ ਹਾਂ, ਪੱਥੇ ਆਦਿ ਕਾੜਾ ਯੂਜ਼ ਕਰ ਸਕਦੇ ਹਾਂ, ਗੁੜੂਚੀ ਆਦਿ ਕਸ਼ਾਇਮ ਯੂਜ਼ ਆਪਾਂ ਕਰ ਸਕਦੇ ਹਾਂ। ਇਸ ਤੋਂ ਬਿਨਾਂ ਆਪਾਂ ਸਾਸਵਾ ਅਰਿਸ਼ਟਮ ਯੂਜ਼ ਕਰ ਸਕਦੇ ਹਾਂ, ਜਿਹਦੇ ਵਿੱਚ ਮੈਂਟਲ ਸਟ੍ਰੈਸ ਜ਼ਿਆਦਾ ਰਹਿੰਦੀ ਹੈ। ਪੰਚਮ੍ਰਿਤ ਕਸ਼ਾਇ ਯੂਜ਼ ਕਰ ਸਕਦੇ ਹਾਂ, ਕਲਿਆਣਕ ਕਸ਼ਾਇ ਯੂਜ਼ ਕਰ ਸਕਦੇ ਹਾਂ। ਜੋ ਹੁਣ ਆਪਾਂ ਮਾਈਗ੍ਰੇਨ ਨਾਲ ਟੈਬਲੇਟ ਯੂਜ਼ ਕਰ ਸਕਦੇ ਹਾਂ, ਪੱਥਿਆ ਸੁਰੰਗਮ ਟੈਬਲੇਟ ਯੂਜ਼ ਕਰ ਸਕਦੇ ਹਾਂ, ਸੁਦਰਸ਼ਨ ਗਨ ਬੱਟੀ ਯੂਜ਼ ਕਰ ਸਕਦੇ ਹਾਂ, ਅਵਿਪੱਤੀਕਰ ਟੈਬਲੇਟ ਯੂਜ਼ ਕਰ ਸਕਦੇ ਹਾਂ। ਰਸ ਕਲਪਨਾ ਆਪਾਂ ਮਾਈਗ੍ਰੇਨ ਲਈ ਕੀ ਕਰ ਸਕਦੇ ਹਾਂ, ਪ੍ਰਬਾਲ ਪਿਸ਼ਟੀ ਯੂਜ਼ ਕਰ ਸਕਦੇ ਹਾਂ, ਸ਼ੀਰਸ਼ੂਲ ਆਦਿ ਵਜਰ ਜੋ ਰਸ ਹੈ ਯੂਜ਼ ਕਰ ਸਕਦੇ ਹਾਂ, ਕਾਮਦੂਦਾ ਰਸ ਯੂਜ਼ ਕਰ ਸਕਦੇ ਹਾਂ, ਸੁਸ਼ੇਖਰ ਰਸ ਯੂਜ਼ ਕਰ ਸਕਦੇ ਹਾਂ। ਬੇਸਿਕਲੀ ਜੋ ਆਪਾਂ ਅਮਲ ਪਿੱਤ ਦੇ ਵਿੱਚ ਵੀ ਇਹਨਾਂ ਨੂੰ ਯੂਜ਼ ਕਰਦੇ ਹਾਂ, ਉਹੀ ਆਪਾਂ ਪਿੱਤ ਸ਼ਾਮਕ ਡਰਗ ਹੀ ਮੇਨਲੀ ਰਸ ਵੀ ਆਪਾਂ ਯੂਜ਼ ਕਰ ਸਕਦੇ ਹਾਂ। ਬਹੁਤ ਜ਼ਿਆਦਾ ਅੱਛਾ ਰਿਜ਼ਲਟ ਆਪਾਂ ਨੂੰ ਇਫੈਕਟ ਦੇ ਵਿੱਚ ਦੇ ਦੇਣਗੇ। ਬੇਸਿਕਲੀ ਜੇ ਗ੍ਰਿਤ ਪ੍ਰੈਪਰੇਸ਼ਨ ਯੂਜ਼ ਕਰਨੀ ਹੋਵੇ ਤਾਂ ਆਪਾਂ ਮਹਾਤਿਕਤ ਗ੍ਰਿਤ ਯੂਜ਼ ਕਰ ਸਕਦੇ ਹਾਂ, ਬ੍ਰਹਮੀ ਗ੍ਰਿਤ ਯੂਜ਼ ਕਰਦੇ ਹਾਂ, ਤਿਕਤ ਗ੍ਰਿਤ ਵੀ ਯੂਜ਼ ਕਰ ਸਕਦੇ ਹਾਂ। ਇਹਨਾਂ ਦੇ ਵੀ ਆਪਾਂ ਨੂੰ ਨਾਲ ਬਹੁਤ ਅੱਛੇ ਰਿਜ਼ਲਟ ਮਿਲ ਜਾਣਗੇ।
ਉਸ ਤੋਂ ਬਾਅਦ ਚੂਰਨ ਆਪਾਂ ਅਭਿਪੱਤੀਕਰ ਚੂਰਨ ਇਸ ਦੇ ਵਿੱਚ ਯੂਜ਼ ਕਰ ਸਕਦੇ ਹਾਂ, ਉਹ ਵੀ ਕਾਫੀ ਅੱਛਾ ਰਿਜ਼ਲਟ ਮਿਲ ਜਾਏਗਾ। ਬੇਸਿਕਲੀ ਜੇ ਸ਼ੀਰਬਲਾ ਦੇ ਕੈਪਸੂਲ ਯੂਜ਼ ਕਰਦੇ ਹਾਂ, ਬਾਤ ਪਿੱਤਨਾਸ਼ਕ ਹੁੰਦੇ ਨੇ, ਜੋ ਟ੍ਰੀਟਮੈਂਟ ਰਹੇਗਾ ਨਾਲ ਕੰਬੀਨੇਸ਼ਨ ਦੇ ਕਰਕੇ ਤੇ ਬਹੁਤ ਅੱਛਾ ਰਿਜ਼ਲਟ ਮਿਲ ਗਿਆ। ਬਟ ਨਾਲ ਆਪਾਂ ਨੂੰ ਟ੍ਰਿਗਰ ਦੀ ਪਹਿਚਾਣ ਕਰਨੀ ਪਏਗੀ, ਕਿਸ ਜਗ੍ਹਾ ਤੋਂ ਆਪਾਂ ਨੂੰ ਮੇਨਲੀ ਸਟਿਮੂਲੇਟ ਹੁੰਦਾ ਹੈ, ਉਸ ਚੀਜ਼ ਨੂੰ ਅਵੋਇਡ ਕਰਨਾ ਪਏਗਾ। ਇਸ ਤੋਂ ਬਿਨਾਂ ਟਾਈਮ 'ਤੇ ਰੋਟੀ ਖਾਣੀ, ਟਾਈਮ 'ਤੇ ਸੋਣਾ, ਸਾਰੀ ਆਪਣੀ ਰੂਟੀਨ ਨੂੰ ਆਪਣਾ ਡਿਸਿਪਲਿਨ ਵਾਈਜ਼ ਹੀ ਕਰਨਾ ਪਏਗਾ, ਤਾਂ ਹੀ ਜਾ ਕੇ ਤੁਹਾਨੂੰ ਇਸ ਮਾਈਗ੍ਰੇਨ ਦੇ ਉੱਤੋਂ ਛੁਟਕਾਰਾ। ਇਸ ਤੋਂ ਬਿਨਾਂ ਆਪਾਂ ਪਿੱਚੂ ਕਰ ਸਕਦੇ ਹਾਂ। ਪਿੱਚੂ YouTube ਤੇ ਦੇਖ ਸਕਦੇ ਹਾਂ। ਆਪਾਂ ਪਿੱਚੂ ਦੇ ਲਈ ਮੇਨਲੀ ਬੇਸਿਕਲੀ ਆ ਜਾਣਾ ਸ਼ੀਰਬਲਾ ਤੇਲ ਦਾ ਕਰ ਸਕਦੇ ਹਾਂ, ਮੁਰਵਿਨਾ ਤੇਲ ਦਾ ਆਪਾਂ ਕਰ ਸਕਦੇ ਹਾਂ, ਬ੍ਰਹਮੀਆਈ ਤੇਲ ਦਾ ਕਰ ਸਕਦੇ ਹਾਂ। ਜੇ ਹਾਂ ਕੁਝ ਵੀ ਅਵੇਲੇਬਲ ਨਹੀਂ ਹੈ, ਸਿੰਪਲ ਤਿਲ ਦੇ ਤੇਲ ਦਾ ਵੀ ਆਪਾਂ ਨਾਲ ਪਿੱਚੂ ਕਰ ਸਕਦੇ ਹਾਂ। ਇਹ ਸਭ ਚੀਜ਼ਾਂ ਬਹੁਤ ਇਫੈਕਟਿਵ ਰਹਿਣਗੀਆਂ ਅਕੋਰਡਿੰਗ ਟੂ ਪ੍ਰਕਿਰਤੀ ਦੇ ਅਕੋਰਡਿੰਗ। ਸਹੀ ਯੂਜ਼ ਕਰਾਂਗੇ ਤਾਂ ਬਹੁਤ ਅੱਛਾ ਰਿਜ਼ਲਟ ਮਿਲੂਗਾ ਅਤੇ ਮਾਈਗ੍ਰੇਨ ਤੋਂ ਛੁਟਕਾਰਾ ਮਿਲ ਜਾਏਗਾ।